पेश है भारत चोण कमीशन द्वारा विशेष स्पॉन्सर्ड प्रोग्राम मतदाता जंक्शन सीजन 2 की 12वीं कड़ी। जद जुड़न लोकां नाल लोक वोटां नाल वोट बने तद लोकतंत्र दा सिस्टम मतदाता जुड़दे जान बने तद ऐसा नवा कनेक्शन मतदाता जंक्शन हैशटैग मतदाता जंक्शन हैशटैग मतदाता जंक्शन। दोस्तों, आम चुनाव आ रहे हैं। दुनिया का सबसे बड़ा लोकतंत्र एक बार फिर अपने लिए एक सरकार चुनेगा। हर नागरिक को इसका हिस्सा बनने का मौका मिलेगा, लेकिन हम अक्सर भूल जाते हैं कि इस वोट के अधिकार को हम तक पहुंचाने के लिए हमारे पूर्वजों ने कितनी बड़ी बड़ी कुर्बानियां दी थी। इसीलिए उनको याद करते हुए, उनकी कुर्बानियों को याद करते हुए आज मैं आपके सामने एक शपथ लेना चाहूंगा। ये मेरे हाथ में तिरंगे के रंग के 3 धागे हैं। इन्हें मैं अपनी कलाई पर बांधूंगा। ये नाजुक धागे उस मजबूत शपथ का प्रतीक है कि मैं न डर से, न दबाव से, न धर्म जाति के नाम पर, न पैसों के लिए, न किसी और लालच के लिए मैं अपना वोट नहीं बेचूंगा। और ये धागे मेरी कलाई से तब तक नहीं उतरेंगे जब तक मैं इन्हीं हाथों से आने वाले चुनाव में वोट न डाल दूं। ये मेरी शपथ है अपने आप को, अपने वतन को। दोस्तों, ਹੁਣੇ ਤੁਸੀਂ ਪਦਮ ਸ਼੍ਰੀ ਪਦਮ ਭੂਸ਼ਣ ਫਿਲਮ ਅਭਿਨੇਤਾ ਆਮਿਰ ਖਾਨ ਨੂੰ ਸੁਣ ਰਹੇ ਸੀ ਤੇ ਉਹਨਾਂ ਦੀਆਂ ਪ੍ਰੇਰਨਾਦਾਇਕ ਗੱਲਾਂ, ਜਿਨ੍ਹਾਂ ਤੋਂ ਤੁਹਾਨੂੰ ਇਹ ਪਤਾ ਲੱਗ ਗਿਆ ਹੋਣਾ ਕਿ ਅੱਜ ਅਸੀਂ ਇੱਕ ਹੋਰ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਵਾਸਤੇ ਤੁਹਾਡੇ ਰੂਬਰੂ ਹੋਏ ਹਾਂ। ਪ੍ਰੋਗਰਾਮ ਮਤਦਾਤਾ ਜੰਕਸ਼ਨ ਦਾ ਇੱਕ ਹੋਰ ਅੰਕ ਲੈ ਕੇ, ਤੇ ਆਓ ਫਿਰ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਕੌਣ ਹੋ ਤੁਸੀਂ ਤੇ ਇੱਥੇ ਕਿਵੇਂ? ਮੈਂ ਹਾਂ ਇੱਕ ਵਿਚਾਰ, ਇੱਕ ਚੇਤਾਵਨੀ ਜਾਂ ਇੱਕ ਸਲਾਹ, ਜਿਹਨੂੰ ਪਰਖ ਨਾ ਹੋਵੇ ਆਪਣੇ ਚੰਗੇ ਮੰਦੇ ਦੀ, ਠੀਕ ਗਲਤ ਦੀ, ਨੈਤਿਕ ਅਨੈਤਿਕ ਦੀ, ਉਹਦੇ ਉੱਤੇ ਰਹਿੰਦੀ ਹੈ ਮੇਰੀ ਖਾਸ ਨਜ਼ਰ। ਤੁਸੀਂ ਤਾਂ ਕਾਫੀ ਸੰਜੀਦਾ ਗੱਲਾਂ ਕਰਦੇ ਹੋ। ਵੇਖੋ, ਮੈਂ ਤਾਂ ਠੀਕ, ਚੰਗਿਆਈ, ਇਮਾਨਦਾਰੀ ਤੇ ਨੈਤਿਕਤਾ ਦੀ ਗੱਲਾਂ ਕਰਦੀ ਹਾਂ ਬਸ। वो तो ठीक है, पर बुझारत जी क्यों पा रहे हो? ਸਹੀ ਕਿਹਾ ਤੁਸੀਂ, ਮੈਂ ਬੁਝਾਰਤ ਹੀ ਹਾਂ। ਸਾਡੇ ਸਰੋਤਿਆਂ ਦੀ ਕਿਹੜੀ ਬੁਝਾਰਤ ਦਾ ਹੱਲ ਕੱਢਣਾ ਹੈ ਜੀ ਤੁਸੀਂ ਅੱਜ? ਇਹ ਕਿ ਲੋਕ ਐਥੀਕਲ ਵੋਟਿੰਗ ਦੇ ਬਾਰੇ ਚ ਜਾਣਨ। ਬੜੀ ਸਿੰਪਲ ਜੀ ਗੱਲ ਹੈ। ਜੇਕਰ ਤੁਸੀਂ ਆਪਣੇ ਇਸ ਵੋਟ ਦੇਣ ਦੇ ਮੌਕੇ ਨੂੰ ਫॉर ਗ੍ਰਾਂਟਡ ਲੈਂਦੇ ਹੋ, ਇਹ ਸੋਚਦੇ ਹੋ ਕਿ ਇਹਦੇ ਚ ਕੀ ਹੈ, ਕਿਸੇ ਨੂੰ ਵੀ ਵੋਟ ਦੇ ਦੇਣਾ, ਤੇ ਤੁਸੀਂ ਤਾਂ ਮੂਲ ਭਾਵ ਵੀ ਕਰ ਲੋਗੇ ਤੇ ਲੋਕਾਂ ਦੇ ਵੋਟ ਇਕੱਠੇ ਕਰਕੇ ਲੈ ਆਉਂਗਾ। ਹੋਰ ਵੀ ਬਹੁਤ ਕੁਝ ਮਿਲ ਸਕਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਜ਼ਰਾ ਜਿੰਨੀ ਗਲਤੀ ਜਾਂ ਲਾਲਚ ਦੇ ਨਾਲ ਚੋਣ ਪ੍ਰਕਿਰਿਆ ਤੇ ਕਿੰਨਾ ਮਾੜਾ ਅਸਰ ਪਵੇਗਾ? ਕਹਿ ਤਾਂ ਸਹੀ ਰਹੇ ਹੋ ਤੁਸੀਂ ਕਿ ਇੱਕ ਗਲਤ ਉਮੀਦਵਾਰ ਦੀ ਚੋਣ ਆਪਣੇ ਖੇਤਰ ਦੇ ਵਿਕਾਸ ਤੇ ਤਰੱਕੀ 'ਚ ਕਿੰਨਾ ਵੱਡਾ ਰੋੜਾ ਬਣ ਸਕਦਾ ਹੈ। ਮੰਮੀ ਓਏ, ਇਹ ਕੌਣ ਆਵਾਜ਼ਾਂ ਮਾਰ ਰਿਹਾ? ਸੁਣਿਆ ਤੁਸੀਂ? ਹਾਂ ਸੁਣ ਰਿਹਾ। ਚਲੋ ਵੇਖਦੇ ਹਾਂ, ਤੁਸੀਂ ਵੀ ਚਲੋ ਸਾਡੇ ਨਾਲ। ਮੰਮੀ, ਕਿੱਥੇ ਹੋ ਤੁਸੀਂ? ਕੀ ਹੋਇਆ ਮੇਰਾ ਪੁੱਤ, ਇੰਨੀ ਘਬਰਾਈ ਹੋਈ ਕਿਉਂ ਆ? ਮੰਮੀ, ਮੇਰਾ ਦੋਸਤ ਹੈ ਨਾ ਅਮਰ, ਉਹਨੇ ਮੈਨੂੰ ਪਰੇਸ਼ਾਨ ਕਰ ਰੱਖਿਆ ਹੈ। ਓਹੋ, बेचारा 2-4 ਨੋਟਸ ਮੰਗ ਲੈ ਜਾਂਦਾ ਹੈ, ਬਸ ਇਸੇ ਗੱਲੋਂ ਪਰੇਸ਼ਾਨ ਹੋ ਜਾਂਦੀ ਹੈ ਤੂੰ। ਨੋਟਸ ਤੱਕ ਤਾਂ ਠੀਕ ਹੈ ਮੰਮੀ, ਹੁਣ ਤਾਂ ਮੈਨੂੰ ਨੋਟ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋ। ਅੱਛਾ, ਇੰਨੇ ਵਧੀਆ ਨੋਟਸ ਨੇ ਤੇਰੇ? ਨੋਟਸ ਖਰੀਦਣਾ ਚਾਹੁੰਦਾ ਹੈ? ਨਹੀਂ ਮਾਂ, ਉਹ ਨੋਟਸ ਨਹੀਂ, ਮੇਰੀ ਵੋਟ ਖਰੀਦਣਾ ਚਾਹੁੰਦਾ ਹੈ। ਵੋਟ ਖਰੀਦਣਾ ਚਾਹੁੰਦਾ ਹੈ? ਹਾਂਜੀ, ਮੇਰੀ ਵੋਟ। ਤੁਸੀਂ ਸਾਰੇ ਬਾਹਰ ਹੀ ਰੁਕੋ, ਮੈਂ ਮਿੰਨੀ ਨੂੰ ਲੈ ਕੇ ਆਉਣਾ, ਫਿਰ ਉਸ ਨੂੰ ਲੈ ਕੇ ਅਗਲੇ ਘਰ ਚੱਲਾਂਗੇ। ਨਮਸਤੇ ਆਂਟੀ ਜੀ। ਨਮਸਤੇ ਬੇਟਾ, ਬੈਠੋ। ਨਹੀਂ ਆਂਟੀ ਜੀ, ਬੈਠਣ ਦਾ ਟਾਈਮ ਨਹੀਂ ਹੈ। ਦਰਅਸਲ ਮੇਰੇ ਵੱਡੇ ਭਾਜੀ ਇਲੈਕਸ਼ਨ ਵਿੱਚ ਖੜੇ ਹੋਏ ਨੇ
ਤਾਂ ਕੈਂਪਿੰਗ ਵਿੱਚ ਬਹੁਤ ਹੀ ਬਿਜ਼ੀ ਆ ਓਹ ਯੂ نو ਸੋ ਮਚ ਰਿਸਪੌਂਸਿਬਿਲਿਟੀਜ਼ ਔਨ ਮਾਈ ਸ਼ੋਲਡਰ ਬਸ ਇਲੈਕਸ਼ਨ ਜਿੱਤ ਜਾਣ ਤਾਂ ਆਰਾਮ ਨਾਲ ਬੈਠ ਕੇ ਤੁਹਾਡੇ ਨਾਲ ਚਾਹ ਪੀਵਾਂਗਾ ਜ਼ਰੂਰ ਬੇਟਾ। ਆਂਟੀ ਜੀ ਤੁਸੀਂ ਵੀ ਤੇ ਮਿੰਨੀ ਤੂੰ ਵੀ ਯਾਦ ਰੱਖੀ ਮੇਰੇ ਭਾਜੀ ਨੂੰ ਹੀ ਵੋਟ ਪਾਣੀ ਹੈ। ਅਸੀਂ ਤਾਂ ਦੋਸਤ ਵੀ ਆ ਤੇ ਸਾਡੀ ਤਾਂ ਜ਼ਾਤ ਵੀ ਇੱਕੋ ਹੀ ਹੈ। ਵੇਖ ਅਮਰ, ਮੈਂ ਪਹਿਲੀ ਵਾਰ ਵੋਟ ਪਾਉਣੀ ਹੈ ਅਤੇ ਮੈਂ ਆਪਣੀ ਵੋਟ ਬਹੁਤ ਸੋਚ ਸਮਝ ਕੇ ਪਾਉਣੀ ਚਾਹੁੰਦੀ ਹਾਂ। ਮੇਰੇ ਭਾਜੀ ਬਾਰੇ ਜੋ ਪੁੱਛਣਾ ਹੈ ਤੂੰ ਮੈਨੂੰ ਪੁੱਛ ਸਕਦੀ ਹੈ। ਨਹੀਂ ਬੇਟਾ ਅਮਰ, ਤੁਸੀਂ ਇੱਥੇ ਗਲਤ ਹੋ। ਤੁਹਾਨੂੰ ਪਤਾ ਹੈ ਨਾ KYC ਐਪ ਬਾਰੇ, ਯਾਨੀ ਨੋ ਯੋਰ ਕੈਂਡੀਡੇਟ ਵਾਲੀ ਐਪਲੀਕੇਸ਼ਨ। ਉਹਦੇ ਚ ਮਿੰਨੀ ਪਹਿਲਾਂ ਦੇਖੇਗੀ ਕਿ ਉਮੀਦਵਾਰ ਦਾ ਕੋਈ ਅਪਰਾਧਿਕ ਪਿਛੋਕੜ ਤਾਂ ਨਹੀਂ ਹੈ। ਪੂਰੀ ਜਾਣਕਾਰੀ ਤੇ ਤਸੱਲੀ ਕਰਨ ਤੋਂ ਬਾਅਦ ਹੀ ਮਿੰਨੀ ਸੋਚ ਸਮਝ ਕੇ ਵੋਟ ਪਾਵੇਗੀ। ਪਰ ਉਹ ਗੱਲ ਠੀਕ ਹੈ ਆਂਟੀ ਜੀ, ਪਰ ਮੈਂ ਤੇ ਮਿੰਨੀ ਦੋਸਤ ਆ ਦੋਵੇਂ। ਹਾਂ, ਪਰ ਦੋਸਤੀ ਦੀ ਖਾਤਰ ਮੈਂ ਬਿਨਾਂ ਸੋਚੇ ਵਿਚਾਰੇ ਹੀ ਆਪਣੀ ਵੋਟ ਖਰਾਬ ਨਹੀਂ ਕਰ ਸਕਦੀ। ਪੂਰੇ 5 ਸਾਲ ਦਾ ਸਵਾਲ ਹੈ। ਮਿੰਨੀ ਇਹ ਤਾਂ ਹੱਦ ਹੋ ਗਈ। ਜੇਕਰ ਤੁਸੀਂ ਮੇਰਾ ਸਾਥ ਨਹੀਂ ਦੇਵੋਗੇ ਤਾਂ ਕੀ ਫਾਇਦਾ ਤੁਹਾਡੀ ਦੋਸਤੀ ਦਾ। ਓਕੇ ਛੱਡੋ। ਅਮਰ ਤੁਸੀਂ ਚਾਹ ਪੀਓਗੇ? ਨਹੀਂ ਆਂਟੀ, ਹੁਣ ਟਾਈਮ ਨਹੀਂ ਹੈ ਮੇਰੇ ਕੋਲ। ਮੈਂ ਚਾਹ ਬਹੁਤ ਸਵਾਦ ਬਣਾਉਣੀ ਹੈ ਬੇਟਾ, ਪੀ ਕੇ ਜਾਈਂ। ਸੌਰੀ ਆਂਟੀ, ਮੈਂ ਸਮਝਦਾ ਕਿ ਸਵਾਦ ਚਾਹ ਬਣਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਮੇਰੀ ਦਾਦੀ ਵੀ ਬਣਾਉਂਦੀ ਹੈ। ਚਾਹ ਪੱਤੀ ਅਤੇ ਖੰਡ ਦੀ ਸਹੀ ਮਿਕਦਾਰ, ਪਾਣੀ ਕਿੰਨਾ ਉਬਾਲਣਾ ਹੈ ਤੇ ਅਦਰਕ ਲੌਂਗ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ, ਇਹ ਹਰ ਕੋਈ ਨਹੀਂ ਜਾਣਦਾ ਤੇ ਹਰ ਕਿਸੇ ਦੇ ਹੱਥ ਦੀ ਚਾਹ ਪੀ ਕੇ ਮਜ਼ਾ ਵੀ ਨਹੀਂ ਆਉਂਦਾ। ਬਿਲਕੁਲ ਸਹੀ ਕਿਹਾ ਤੂੰ। ਮੈਨੇ ਵੀ ਤੈਨੂੰ ਇਹੀ ਕਹਿਣਾ ਚਾਹੁੰਦੀ ਹੈ, ਇੰਜੀ ਹਰ ਕਿਸੇ ਨੂੰ ਵੋਟ ਨਹੀਂ ਪਾਈ ਜਾ ਸਕਦੀ ਜਦ ਤੱਕ ਉਹਦਾ ਕੰਮ, ਪ੍ਰੋਫਾਈਲ, ਉਹਦੇ ਮੈਨੀਫੈਸਟੋ ਨੂੰ ਨਾ ਦੇਖਿਆ ਜਾਵੇ। ਤੁਹਾਡੇ ਕਹਿਣ ਉੱਤੇ ਵੋਟ ਪਾ ਦਿੱਤੀ ਤੇ ਤੁਹਾਡਾ ਭਰਾ ਸਾਡੇ ਸੋਚਣ ਵਿਚਾਰਨ ਦੀ ਕਸੌਟੀ ਤੇ ਜੇ ਖਰਾ ਨਾ ਉਤਰਿਆ ਤਾਂ ਫਿਰ ਸਾਡੀ ਵੋਟ ਤਾਂ ਹੋ ਗਈ ਨਾ ਬੇਕਾਰ। 5 ਸਾਲ ਵਿੱਚ ਇੱਕ ਵਾਰ ਮੌਕਾ ਮਿਲਦਾ ਅਮਰ ਬੇਟਾ ਆਪਣੇ ਖੇਤਰ ਲਈ ਚੰਗੇ ਉਮੀਦਵਾਰ ਨੂੰ ਚੁਣਨ ਦਾ। ਉਹਨੂੰ ਗਵਾ ਦੇਣਾ ਸਮਝਦਾਰੀ ਤੇ ਨਹੀਂ ਕਹੀ ਜਾ ਸਕਦੀ ਨਾ। ਆਂਟੀ ਉਸ ਵਿੱਚ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਹੋ? ਭਾਜੀ ਜਿੱਤ ਗਏ ਤਾਂ ਫਿਰ ਤਾਂ ਤੁਸੀਂ ਪਰਸਨਲੀ ਅਪਰੋਚ ਕਰ ਸਕਦੇ ਹੋ। ਉਸ ਵਿੱਚ ਕੀ ਮੁਸ਼ਕਿਲ ਹੈ? ਕਿਉਂ ਮਿੰਨੀ? ਅਤੇ ਬਾਕੀ ਲੋਕ ਕਿੱਥੇ ਜਾਣਗੇ ਜਿਨ੍ਹਾਂ ਨਾਲੇ ਤੁਹਾਡੀ ਭਾਜੀ ਦੀ ਜਾਣ ਪਛਾਣ ਨਹੀਂ ਹੈ? ਇਸ ਤਰ੍ਹਾਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਮਿੰਨੀ ਤੂੰ ਉਹਨਾਂ ਦੀ ਗੱਲ ਛੱਡ, ਆਂਟੀ ਜੀ ਸਮਝਾਓ ਇਹਨੂੰ ਕੁਝ। ਬੇਟਾ ਮੈਂ ਤਾਂ ਤੈਨੂੰ ਸਮਝਾਉਣਾ ਚਾਹੁੰਦੀ ਆ, ਵੋਟਿੰਗ ਦੇ ਐਥਿਕਸ ਹੁੰਦੇ ਨੇ, ਉਹਨਾਂ ਨੂੰ ਤਾਂ ਤੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤਾ ਹੈ। ਤੂੰ ਸਾਨੂੰ ਬੇਨਤੀ ਕਰ ਸਕਦਾ ਹੈ ਕਿ ਮੇਰੇ ਭਰਾ ਨੂੰ ਵੋਟ ਦੇਣ ਦੀ ਗੱਲ ਤੇ ਵਿਚਾਰ ਕਰਿਓ, ਪਰ ਮੈਂ ਸੁਣਿਆ ਤੁਸੀਂ ਤਾਂ ਬੱਚਿਆਂ ਨੂੰ ਫਿਲਮ, ਐਗਜ਼ਾਮ 'ਚ ਚੀਟਿੰਗ ਤੇ ਪਾਰਟੀ ਦਾ ਲਾਲਚ ਦੇ ਰਹੇ ਹੋ। ਇਹ ਵੀ ਸੁਣਿਆ ਮੈਂ ਕਿ ਕਾਲਜ ਦੇ ਪੀਐਨ ਅੰਕਲ ਨੂੰ ਤੁਸੀਂ ਨੌਕਰੀ ਪੱਕੀ ਕਰਾਉਣ ਦਾ ਵਚਨ ਕੀਤਾ ਹੈ ਨਾ ਮਿੰਨੀ? ਹਾਂਜੀ ਮੰਮਾ। ਇੰਨੀ ਸਸਤੀ ਹੁੰਦੀ ਹੈ ਸਾਡੀ ਵੋਟ ਜੋ ਖਾਣ ਪੀਣ ਦੇ ਲਾਲਚ ਨਾਲ ਵਿਕ ਜਾਏਗੀ? ਆਂਟੀ ਜੀ ਮੈਂ ਤੇ ਮਿੰਨੀ ਦੋਸਤ ਆਣਾ ਤੇ ਮੇਰੇ ਦੋਸਤ ਹੋਣ ਦੇ ਨਾਤੇ ਇੰਨਾ ਕੰਮ ਨਹੀਂ ਕਰ ਸਕਦੀ ਮੇਰਾ? ਨਹੀਂ, ਮਿੰਨੀ ਇਹ ਕੰਮ ਕਦੇ ਵੀ ਨਹੀਂ ਕਰੇਗੀ। ਉਹ ਮੇਰੀ ਬੇਟੀ ਹੈ ਤੇ ਜੇ ਇੰਜ ਤੂੰ ਹੋਰਾਂ ਨੂੰ ਲਾਲਚ ਦੇ ਦਬਾਅ 'ਚ ਲਿਆਉਣ ਦੀ ਕੋਸ਼ਿਸ਼ ਕਰੇਗਾ ਨਾ ਤਾਂ ਸਾਡੇ ਫੋਨ ਦੇ ਵਿੱਚ ਸੀ ਵਿਜਲ ਐਪ ਹੈ। ਮੈਂ ਤੁਹਾਡੀ ਇਹ ਵੀਡੀਓ ਤੇ ਗੱਲਬਾਤ ਉਹਦੇ ਤੇ ਪਾ ਵੀ ਸਕਦੀ ਆ। ਜੇ ਤੁਸੀਂ ਕਿਸੇ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੀ ਵਿਜਲ ਐਪ ਉੱਤੇ ਜਾਣਕਾਰੀ ਭੇਜ ਦਵਾਂਗੀ। ਆਪਣੇ ਇਹੋ ਜਿਹੇ ਕੰਮਾਂ ਨੂੰ ਰੋਕ ਲਓ ਤੁਸੀਂ, ਨਹੀਂ ਤਾਂ ਤੁਹਾਡੇ ਤੇ ਸਖਤ ਕਾਰਵਾਈ ਹੋਏਗੀ। ਹੱਦ ਹੈ, ਕਿਸੇ ਨੂੰ ਕਹਿ ਰਹੇ ਹੋ ਭਰਾ ਹੈ ਮੇਰਾ, ਕਿਸੇ ਨੂੰ ਕਹਿ ਰਹੇ ਹੋ ਇੱਕ ਜਾਤ ਤੇ ਆ, ਤੇ ਵੋਟ ਦੇਣਾ ਬਣਦਾ ਹੈ ਨਾ। ਆਪਣੇ ਹੀ ਆਪਣਿਆਂ ਦੇ ਕੰਮ ਨਹੀਂ ਆਣਗੇ ਤਾਂ ਕੌਣ ਕੰਮ ਆਏਗਾ? ਇਹੋ ਜਿਹੇ ਗੱਲਾਂ ਕੌਣ ਕਰਦਾ? ਸਾਡੀ ਮਰਜ਼ੀ ਹੈ, ਅਸੀਂ ਵੋਟ ਸੋਚ ਵਿਚਾਰ ਕੇ ਦੇਵਾਂਗੇ। ਤੁਸੀਂ ਕੌਣ ਹੁੰਦੇ ਹੋ ਮੇਰੀ ਬੇਟੀ ਨੂੰ ਵਰਗਲਾਉਣ ਵਾਲੇ? ਤੇ ਜੇ ਇਹ ਗੱਲ ਹੈ ਤੁਸੀਂ ਮੇਰੇ ਭਰਾ ਨੂੰ ਵੋਟ ਨਹੀਂ ਪਾਣੀ ਤਾਂ ਮੇਰੀ ਤਾਂ ਮਿੰਨੀ ਦੀ ਦੋਸਤੀ ਅੱਜ ਤੋਂ ਖਤਮ। ਠੀਕ ਹੈ ਬੇਟਾ, ਤੁਸੀਂ ਜਾ ਸਕਦੇ ਹੋ। ਬਈ ਵਾਹ, ਮਿੰਨੀ ਤੇ ਮਿੰਨੀ ਦੀ ਮੰਮੀ ਨੇ ਤਾਂ ਕਮਾਲ ਹੀ ਕਰ ਦਿੱਤੀ। ਸਾਡਾ ਜਵਾਨ ਵੋਟਰ ਅਜਿਹਾ ਹੋ ਜਾਵੇ ਤਾਂ ਫਿਰ ਹਮੇਸ਼ਾ ਹੀ ਅੱਛਾ ਉਮੀਦਵਾਰ ਹੀ ਚੋਣ ਜਿੱਤੇਗਾ। आओ जी हुण सुनते हाँ सीनियर डिप्टी इलेक्शन कमिश्नर धर्मेंद्र शर्मा जी ने। भारत निर्वाचन आयोग द्वारा लगातार मतदाताओं को जागरूक करने का प्रयास किया जाता है। सभी निर्वाचन क्षेत्रों में जो भी प्रत्याशी घोषित होते हैं उनके विषय में सारी जानकारी अपने प्रत्याशी को जाने KYC ऐप पर दी जाती है। सभी राजनीतिक दलों को अपना घोषित प्रत्याशी के बारे में अखबारों में प्रकाशित करना आवश्यक होता है। सभी मतदाताओं को इनके बारे में जानकर समझकर सही प्रत्याशी को अपना मतदान करना ही मतदान का नैतिक स्वरूप है। ते ये भी सुनो
कि डीएम नवी दिल्ली संतोष राय जी की कह रहे ने। जो हमारा एक स्वीप कार्यक्रम होता है वो भी कहीं ना कहीं एथिकल वोटर से जुड़ा हुआ है। हम चाहते हैं स्वीप के माध्यम से वोटर को हम जागरूक करना चाहते हैं ताकि वोटर अवेयर रहे सारे प्रोविजंस के बारे में। एक समय था जबकि मसल पावर्स का भी यूज होता था, बूथ कैप्चरिंग होती थी, बोगस वोटिंग होती थी, लेकिन आज वो एक इतिहास बन चुका है। लेकिन अभी भी जो मनी पावर है एक बहुत बड़ा चैलेंज है एसीआई के सामने। हमारे पास जितने भी लॉ एनफोर्समेंट एजेंसी है, जैसे रेवेन्यू इंटेलिजेंस हो गया, जीएसटी होता है, दिल्ली पुलिस होता है, उसकी भी एक कमेटी बनी हुई है जो हमारे इंटेलिजेंस इनपुट प्रदान करती है और ये देखती है कि कोई भी कैंडिडेट या पार्टी के द्वारा अवैध तरीके से पैसों का वितरण तो नहीं किया जा रहा। और हम कोशिश करते हैं कि कहीं पैसे का ट्रांजैक्शन नहीं हो, कोई लिक्कर हो गया या और कोई ऐसा गिफ्ट जिसको हम ल्योर करने के लिए मतदाताओं का इस्तेमाल कर सकते हैं, उस पर भी निगरानी रखने का हम लोग काम करते हैं और कोशिश करते हैं कि हम एथिकल वोटिंग को हम सफल बनाएं। ਦੋਸਤੋ ਅਸੀਂ ਸੁਣਿਆ ਡੀਐਮ ਨਵੀਂ ਦਿੱਲੀ संतोष रॉय जी ਨੂੰ। मेरा नाम अनु शर्मा है। मैं एक एक्ट्रेस हूँ, फिल्मों और टेलीविजन में काम करती हूँ। भाई इलेक्शन का मौसम है तो वोट की ही बात कर रही हूँ मैं। कई बार हम सोचते हैं कि एक वोट ही तो है, नहीं भी डालेंगे तो क्या फर्क पड़ जाएगा। हमारे एक वोट से कौन सा सरकार चलेगी। आपका एक वोट तय करता है कि आप कैसी सरकार बनाएंगे। जो आपका वोट खरीद रहा है, क्या वो आपके प्रति, अपने देश के प्रति ईमानदार होगा? तो ना ईमान बेचिए और ना ही अपना अनमोल वोट। ਤਾਂ ਕੀ ਕਹਿੰਦੇ ਹੋ ਬੁਝਾਰਤ ਜੀ, ਚਲਦੇ ਚਲਦੇ ਹੋ ਜਾਵੇ ਇੱਕ ਸਵਾਲ। ਬਿਲਕੁਲ, ਤਾਂ ਅੱਜ ਦਾ ਸਵਾਲ ਹੈ, ਜੇਕਰ ਕੋਈ ਅਨੁਚਿਤ ਦਬਾਅ ਪਾ ਕੇ ਜਾਂ ਲਾਲਚ ਦੇ ਕੇ ਤੁਹਾਡੇ ਕੋਲੋਂ ਵੋਟ ਮੰਗੇ ਤਾਂ ਤੁਸੀਂ ਕਿਸ ਮੋਬਾਈਲ ਐਪ ਉਤੇ ਇਸ ਦੀ ਜਾਣਕਾਰੀ ਦਿਵੋਗੇ? ਆਪਸ਼ਨ ਏ ਵੋਟਰ ਹੈਲਪਲਾਈਨ ਐਪ, ਆਪਸ਼ਨ ਬੀ KYC ਐਪ, ਆਪਸ਼ਨ ਸੀ ਵਿਜਿਲ ਐਪ। ਤੁਸੀਂ ਆਪਣੇ ਜਵਾਬ ਸਾਡੇ WhatsApp ਨੰਬਰ 9990 31950 ਉੱਤੇ ਅਗਲੇ ਬੁੱਧਵਾਰ ਤੱਕ ਜ਼ਰੂਰ ਭੇਜ ਦੇਣਾ ਅਤੇ ਆਪਣਾ ਨਾਮ, ਪੂਰਾ ਪਤਾ, ਪਿੰਨ ਕੋਡ ਤੇ ਫੋਨ ਨੰਬਰ ਜ਼ਰੂਰ ਲਿਖਣਾ। ਜੇਤੂ ਦਾ ਨਾਮ ਮਤਦਾਤਾ ਜੰਕਸ਼ਨ ਦੇ ਅਗਲੇ ਐਪੀਸੋਡ ਦੇ ਵਿੱਚ ਅਨਾਉਂਸ ਕੀਤਾ ਜਾਏਗਾ। ਭਾਰਤੀ ਚੋਣ ਕਮਿਸ਼ਨ ਵੱਲੋਂ ਜੇਤੂ ਨੂੰ ਪ੍ਰਮਾਣ ਪੱਤਰ ਤੇ ਇਨਾਮ ਉਹਨਾਂ ਦੇ ਦਿੱਤੇ ਗਏ ਪਤੇ ਉੱਤੇ ਪਹੁੰਚਾ ਦਿੱਤਾ ਜਾਵੇਗਾ। ਤੇ ਪਿਛਲੇ ਐਪੀਸੋਡ ਦੇ ਜੇਤੂ ਦਾ ਨਾਮ ਹੈ अनामिका P, कन्नूर डिस्ट्रिक्ट, केरला। मैं विनीता बेदी कामबीरी। शिक्षा के क्षेत्र में मुझे राष्ट्रीय व अंतर्राष्ट्रीय सम्मान प्राप्त हो चुके हैं। मैंने सी विजिल एप्लीकेशन का इस्तेमाल अभी पिछले चुनावों में किया था। एक पोलिंग बूथ पर मुझे पता चला कि कुछ लोग मतदाताओं को चोरी छुपे कुछ पैसे बांट रहे हैं। मेरे घर में जो हेल्पर है उसने मुझे इस बारे में बताया। मैंने सी विजिल ऐप के जरिए उन लोगों की कंप्लेन की और फौरन ही उनके खिलाफ इलेक्शन कमीशन की ओर से कार्रवाई की गई। ਸਹੇਲੀਓ, ਭੈਣੋ ਤੇ ਭਰਾਓ, ਉਂਝ ਸਾਨੂੰ ਕਹਿਣ ਦੀ ਲੋੜ ਤਾਂ ਨਹੀਂ ਹੈ ਕਿ ਅਸੀਂ ਆਪਣੇ ਵੋਟ ਦੇ ਮਹੱਤਵ ਨੂੰ ਸਮਝੀਏ ਤੇ ਉਸ ਨੂੰ ਹਲਕੇ 'ਚ ਕਦੀ ਨਾ ਲਈਏ। ਇੱਕ ਵੋਟ ਤੁਹਾਡੇ ਚੋਣ ਖੇਤਰ ਫਿਰ ਇੱਕ ਦੇਸ਼ ਦੀ ਕਿਸਮਤ ਤੈਅ ਕਰਦਾ ਹੈ। ਤੁਹਾਡਾ ਵੋਟ ਅਮੁੱਲ ਹੈ, ਇਹ ਯਾਦ ਰੱਖਿਓ ਤੇ ਯੋਗ ਉਮੀਦਵਾਰ ਨੂੰ ਵੋਟ ਪਾ ਕੇ ਆਪਣੇ ਵੋਟ ਦੇ ਹੱਕ ਨੂੰ ਸਾਰਥਕ ਬਣਾਓ। ਤਾਂ ਇਸ ਦੇ ਨਾਲ ਹੀ ਦਿਓ ਇਜਾਜ਼ਤ, ਮਿਲਦੇ ਹਾਂ ਫੇਰ ਇਸੇ ਸਮੇਂ ਅਗਲੇ ਸ਼ੁੱਕਰਵਾਰ ਮਤਦਾਤਾ ਜੰਕਸ਼ਨ ਉੱਤੇ ਇੱਕ ਹੋਰ ਰੋਚਕ ਵਿਸ਼ੇ ਦੇ ਨਾਲ ਹੋਏਗੀ ਉਸ ਵਿਸ਼ੇ ਤੇ ਚਰਚਾ। ਜਦ ਜੁੜਨ ਲੋਕਾਂ ਨਾਲ ਲੋਕ ਵੋਟਾਂ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ मतदाता जुड़ते जान बने तद ऐसा नवा कनेक्शन। मतदाता जंक्शन हैशटैग मतदाता जंक्शन, मतदाता जंक्शन हैशटैग मतदाता जंक्शन। ਹੁਣੇ ਤੁਸੀਂ ਸੁਣ ਰਹੇ ਸੀ ਭਾਰਤੀ ਚੋਣ ਕਮਿਸ਼ਨ ਦੁਆਰਾ ਵਿਸ਼ੇਸ਼ ਸਪਾਂਸਰਡ ਪ੍ਰੋਗਰਾਮ ਮਤਦਾਤਾ ਜੰਕਸ਼ਨ ਸੀਜ਼ਨ 2 ਦੀ 12ਵੀਂ ਕੜੀ।